नमस्ते। ਅੱਜ 23 ਮਾਰਚ ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਦੇ ਸ਼ਹੀਦੀ ਪਰਵ ਦੇ ਮੌਕੇ ਦੇ ਉੱਤੇ ਮੈਂ ਤਿੰਨਾਂ ਸ਼ਹੀਦਾਂ ਦੀ ਤਸਵੀਰ ਤਿਆਰ ਕੀਤੀ ਹੈ। इस तस्वीर की विशेषता यह है कि सादी की सादी जो तस्वीर तुम देख रहे हो यह मैं दुध के नाल तैयार की है। दुध के नाल तैयार करने के पिछे वजह सी कि दुध नूं आपां पवित्र मानते हैं और यह तस्वीर बना के मैं इन्हों एक ट्रिब्यूट दी है। जिन्नियां भी पोर्ट्रेट्स बनाई सारियां मेरे दिल के करीब है क्योंकि हर एक नूं सोचण लई बहुत टाइम लगा और हर एक पोर्ट्रेट अपने आप दे विच एक सबजैक्ट है। सत श्री अकाल। वन इंडिया पंजाबी देख रहे तमाम दर्शकों का निघा स्वागत। मैं हाँ अमनदीप। जो भी देश बारे गल आउंदी है, देश बारे अपनी जिक्र आउंदा है, तो जिन्हां ने साडे लई जाना कुर्बानियां ने, जिन्हां ने देश के लिए जाना कुर्बानियां ने, उन्हां नूं आपां नमन करदे हां, उन्हां नूं आपां सलाम करदे हां। और कई वारी साडे कोल शख्सियतां इदां दियां हुंदियां ने जिन्हां दा जिक्र करिए तां ओह अपने टैलेंट दे नाल सलाम करते हैं, शहादत नूं नमन करते हैं और ट्रिब्यूट देंदे ने। साडे नाल एक अजिहा आर्टिस्ट मौजूद है जिन्हां ने शहीद आजम भगत सिंह हुणां दी तस्वीर बनाई है खटखट कला तो मिट्टी लैके, ते उन्हां ने हाल ही दे विच तस्वीर बनाई है दुध दे नाल। सो वरुण टंडन जी, बहुत बहुत स्वागत है वन इंडिया पंजाबी ते। थैंक यू मैम जी। वरुण जी, जिवें तुसीं खटखट कला तो मिट्टी लैके शहीद आजम भगत सिंह हुणां दी तस्वीर बनाई है ਤੇ ਹੁਣ ਤੁਸੀਂ ਹਾਲੇ ਦੇ ਵਿੱਚ ਦੁੱਧ ਦੇ ਨਾਲ ਤਸਵੀਰ ਬਣਾਈ ਹੈ ਜੋ ਅਸੀਂ ਰੂਬਰੂ ਕਰਾਂਗੇ। ਸੋ ਇਹ ਆਈਡੀਆਜ਼ ਕਿਵੇਂ ਆਉਂਦੇ ਨੇ, ਕਿਉਂਕਿ ਮਿੱਟੀ ਲੈ ਕੇ ਫਿਰ ਉਹਨਾਂ ਦੀ ਤਸਵੀਰ ਬਣਾਉਣਾ, ਪੋਰਟਰੇਟ ਬਣਾਉਂਦੇ ਹੋ ਤੁਸੀਂ, ਹੈ ਨਾ? ਸੋ ਇਸ ਬਾਰੇ ਜ਼ਰੂਰ ਦੱਸਿਓ। ਮੈਂ ਇਹਦੇ ਬਾਰੇ ਤੁਹਾਨੂੰ ਦੱਸਣਾ ਚਾਹੂੰਗਾ ਕਿ ਮੇਰੇ ਜਿੰਨੇ ਵੀ ਪੋਰਟਰੇਟਸ ਹੁੰਦੇ ਉਹ ਕਿਤੇ ਨਾ ਕਿਤੇ ਮਟੀਰੀਅਲ ਨਾਲ ਬਣੇ ਹੁੰਦੇ ਆ ਔਰ ਜਿੱਦਾਂ ਤੁਸੀਂ ਪੁੱਛਿਆ ਆਈਡੀਆਜ਼ ਕਿੱਥੋਂ ਆਉਂਦੇ ਹੈਗੇ ਆ, ਮੈਂ ਹਰ ਸਾਲ ਇਹਨਾਂ ਦੇ ਜਨਮ ਦਿਨ 'ਤੇ ਜਾਂ ਸ਼ਹੀਦੀ ਪਰਵ 'ਤੇ ਮੈਂ ਕੋਈ ਨਾ ਕੋਈ ਪੋਰਟਰੇਟ ਬਣਾ ਕੇ ਇਹਨਾਂ ਨੂੰ ਟ੍ਰਿਬਿਊਟ ਦੇਣ ਦੀ ਕੋਸ਼ਿਸ਼ ਕਰਦਾ ਹੈਗਾ। ਔਰ ਮੈਂ ਇਹ ਤੋਂ ਪਹਿਲਾਂ ਇਹਨਾਂ ਦੀ ਪੋਰਟਰੇਟ ਬਣਾਈ ਜਿੱਦਾਂ ਤੁਸੀਂ ਦੱਸਿਆ ਦੁੱਧ ਦੇ ਨਾਲ, ਠੀਕ ਹੈ, ਦੁੱਧ ਦੇ ਨਾਲ ਫੋਟੋ ਬਣਾਈ ਮੈਂ ਕਿਉਂਕਿ ਦੁੱਧ ਨੂੰ ਆਪਾਂ ਪਵਿੱਤਰ ਮੰਨਦੇ ਹੈਗੇ ਆ, ਠੀਕ ਹੈ, ਅਤੇ ਇਹਨਾਂ ਨੇ ਆਪਣੇ ਆਪ ਨੂੰ ਸਾਡੇ ਲਈ ਜਾਂ ਦੇਸ਼ ਲਈ ਕੁਰਬਾਨ ਕੀਤਾ ਹੈਗਾ। ਉਸ ਤੋਂ ਪਵਿੱਤਰ ਕੰਮ ਕੀ ਹੋ ਸਕਦਾ ਹੈਗਾ, ਇਸ ਕਰਕੇ ਮੈਂ ਦੁੱਧ ਦਾ ਵਰਤੋਂ ਕੀਤੀ। ਇੱਕ ਮੈਂ ਇਹਨਾਂ ਦੀ ਫੋਟੋ ਬਣਾਈ ਹੋਈ ਹੈਗੀ ਫੁੱਲਾਂ ਦੇ ਨਾਲ ਪੋਰਟਰੇਟ ਬਣਾ ਕੇ ਮੈਂ ਟ੍ਰਿਬਿਊਟ ਦਿੱਤੀ ਸੀ। ਫੁੱਲ ਜਿਹੜੇ ਹੈਗੇ ਆ ਉਹ ਖੁਸ਼ਹਾਲੀ ਦਾ ਪ੍ਰਤੀਕ ਹੁੰਦੇ ਹੈਗੇ ਆ, ਠੀਕ ਹੈ। ਜੋ ਜੇ ਆਪਾਂ ਕਿਸੇ ਨੂੰ ਟ੍ਰਿਬਿਊਟ ਦੇਣੀ ਹੋਵੇ, ਠੀਕ ਹੈ, ਫੁੱਲਾਂ ਦੀ ਵਰਤੋਂ ਕੀਤੀ ਜਾਂਦੀ ਹੈਗੀ ਹੈ, ਇਸ ਕਰਕੇ ਮੈਂ ਫੁੱਲਾਂ ਦੇ ਨਾਲ ਉਹਨਾਂ ਦੀ ਪੋਰਟਰੇਟ ਬਣਾਈ। ਭਗਤ ਸਿੰਘ ਜੀ ਦੇ ਜਿੱਦਾਂ ਆਪਾਂ ਸਾਰੇ ਜਾਣਦੇ ਹੈਗੇ, ਜਿਹੜਾ ਪੁਸ਼ਤੈਨੀ ਪਿੰਡ ਹੈਗਾ ਉਹ ਹੈਗਾ ਖਟਕੜ ਕਲਾਂ, ਅਤੇ ਮੈਂ ਆ ਜਿਹੜੀ ਤੁਸੀਂ ਪੋਰਟਰੇਟ ਦੇਖਦੇ ਪਏ ਹੈਗੇ ਹੋ, ਖਟਕੜ ਕਲਾਂ ਦੀ ਮਿੱਟੀ ਲੈ ਕੇ ਮੈਂ ਉਹਨਾਂ ਦੀ ਪੋਰਟਰੇਟ ਬਣਾਈ। ਇਸ ਤੋਂ ਪਹਿਲਾਂ ਮੈਂ ਇੱਕ ਹੋਰ ਪੋਰਟਰੇਟ ਬਣਾਈ ਸੀ ਇਹਨਾਂ ਦੀ ਪਿਛਲੇ ਸਾਲ ਇਹਨਾਂ ਦੇ ਬਰਥਡੇ 'ਤੇ, ਉਹ ਬਣਾਈ ਸੀ ਖਟਕੜ ਕਲਾਂ ਦੀ ਮਿੱਟੀ ਦੇ ਨਾਲ। ਉਹ 23 ਫੁੱਟ ਦੀ ਫੋਟੋ ਸੀਗੀ। ਉਸ ਤੋਂ ਪਹਿਲਾਂ ਮੈਂ ਕਾਫੀ ਸਾਰੇ ਸ਼ਹੀਦਾਂ ਦੀ ਪੋਰਟਰੇਟਸ ਬਣਾਈ ਹੋਈ ਹੈ। ਮਾਚਤ ਦੀ ਜਲੀ ਤੀਲੀਆਂ ਨਾ, ਉਹਦੇ ਪਿੱਛੇ ਕਨਸੈਪਟ ਅਲੱਗ ਸੀਗਾ ਕਿ ਜਿੱਦਾਂ ਮਾਚਤ ਦੀ ਤੀਲੀ ਜਲਦੀ ਹੈਗੀ ਹੈ, ਉਹ ਕੁਛ ਟਾਈਮ ਲਈ ਸਹੀ ਸਾਨੂੰ ਉਜਾਲਾ ਦਿੰਦੀ ਹੈਗੀ, ਉੱਦਾਂ ਹੀ ਸ਼ਹੀਦਾਂ ਨੇ ਆਪਣੇ ਆਪ ਨੂੰ ਕੁਰਬਾਨ ਕਰਕੇ ਸਾਡੀ ਲਾਈਫ 'ਚ ਉਜਾਲਾ ਕੀਤਾ ਹੈਗਾ। ਅਤੇ ਹਰ ਇੱਕ ਪੋਰਟਰੇਟ ਦੇ ਪਿੱਛੇ ਕੋਈ ਨਾ ਕੋਈ ਕਨਸੈਪਟ ਹੁੰਦਾ ਹੈਗਾ ਜਿਹਨੂੰ ਧਿਆਨ 'ਚ ਰੱਖਦੇ ਮੈਂ ਪੋਰਟਰੇਟ ਤਿਆਰ ਕਰਦਾ। ਬਹੁਤ ਸੋਹਣੇ ਪੋਰਟਰੇਟ ਤੁਸੀਂ ਰੈਡੀ ਕਰਦੇ ਹੋ। ਦੁੱਧ ਦੇ ਨਾਲ ਵੈਸੇ ਵੀ ਸੋਚਣਾ ਉਹ ਨਾ ਜਿੰਨਾ ਸੋਹਣਾ ਤੁਸੀਂ ਤਿਆਰ ਕੀਤਾ ਔਰ ਉਹ ਵਾਕਈ ਕਾਬਲੇ ਤਾਰੀਫ ਹੈ। ਸੋ ਹਰ ਪੋਰਟਰੇਟ ਨੂੰ ਜਿੱਦਾਂ ਹੁਣ ਕਹਿ ਲਓ ਵੀ ਪੇਂਟਿੰਗਸ ਦੇ ਵਿੱਚ ਤਾਂ ਕਲਰ ਯੂਜ਼ ਹੁੰਦੇ ਨੇ, ਅਲੱਗ-ਅਲੱਗ ਤਰ੍ਹਾਂ ਦੇ ਕਲਰਸ ਯੂਜ਼ ਹੁੰਦੇ ਆ। ਸੋ ਹੁਣ ਤੱਕ ਕਿੰਨੇ ਤਰ੍ਹਾਂ ਦੀਆਂ ਤੁਸੀਂ ਪੇਂਟਿੰਗਸ ਜਿਹੜੀਆਂ ਤਿਆਰ ਕਰ ਚੁੱਕੇ ਔਰ ਕਾਹਦੇ ਨਾਲ? ਮੈਂ ਤੋਂ ਪਹਿਲਾਂ ਕਾਫੀ ਪੋਰਟਰੇਟ ਤਿਆਰ ਕੀਤੇ ਆ, ਕੁਛ ਮੈਂ ਤੁਹਾਨੂੰ ਦੱਸਣਾ ਚਾਹਾਂਗਾ। ਔਰ ਜਿੱਦਾਂ ਜਸਪਾਲ ਭੱਟੀ ਜੀ, ਉਹਦੀ ਉਮਰ ਉਹਨਾਂ ਨੇ ਸਾਨੂੰ ਹਸਾਇਆ, ਉਹਨਾਂ ਦੀ ਮੈਂ ਪੋਰਟਰੇਟ ਤਿਆਰ ਕੀਤੀ ਸੀ ਸਮਾਈਲੀ ਸਟਿਕਰ ਦੇ ਨਾਲ। ਔਰ ਪੋਰਟਰੇਟ ਦਾ ਸਾਈਜ਼ ਸੀਗਾ 35 ਫਿਟ ਬਾਏ 25 ਫਿਟ ਅਪਰੋਕਸੀਮੇਟਲੀ। ਮਿਲਖਾ ਸਿੰਘ ਜੀ ਜਿਨ੍ਹਾਂ ਨੂੰ ਉਡਨ ਸਿੱਖ ਦੇ ਨਾਮ ਤੋਂ ਜਾਣਦੇ ਹੈਗੇ ਆ, ਉੱਡਣ ਲਈ ਆਪਾਂ ਸਾਥ ਜਾਣਦੇ ਕੀ ਚਾਹੀਦਾ ਹੁੰਦਾ, ਪੰਖ। ਮੈਂ ਉਹਨਾਂ ਦੀ ਪੋਰਟਰੇਟ ਪੰਖ ਨੂੰ ਕੱਟ ਕੇ ਤਿਆਰ ਕੀਤੀ ਸੀਗੀ। ਔਰ
ਹਾਕੀ ਲੈਜੈਂਡ ਸਰਦਾਰ ਬਲਬੀਰ ਸਿੰਘ ਸੀਨੀਅਰ, ਉਹ ਜਿਨ੍ਹਾਂ ਨੇ ਦੇਸ਼ ਲਈ 3 ਵਾਰ ਓਲੰਪਿਕ ਵਿੱਚ ਗੋਲਡ ਮੈਡਲ ਲੈ ਕੇ ਆਏ, ਤੇ ਉਹਨਾਂ ਦੀ ਮੈਂ ਪੋਰਟਰੇਟ ਤਿਆਰ ਕੀਤੀ ਸੀਗੀ। ਇੱਕ ਬਾਲ ਨੂੰ ਬਲੈਕ ਇੰਕ ਦੇ ਵਿੱਚ ਡਿਪ ਕੀਤਾ ਤੇ ਹਾਕੀ ਸਟਿਕ ਦੇ ਨਾਲ ਉਹ ਬਾਲ ਨੂੰ ਮੈਂ ਮੂਵ ਕੀਤਾ ਕੈਨਵਸ ਤੇ, ਠੀਕ ਹੈ। ਤੇ ਇਹ ਬਣਾ ਕੇ ਮੈਂ 25 ਫੀਟ ਦੀ ਇੱਕ ਪੋਰਟਰੇਟ ਤਿਆਰ ਕੀਤੀ ਸੀ, ਜਿਹਨੂੰ ਹਾਕੀ ਗਰਾਊਂਡ ਦੇ ਵਿੱਚ ਉਹਨਾਂ ਦੇ ਆਫੀਸ਼ੀਅਲ ਬਰਥਡੇ 'ਤੇ ਡਿਸਪਲੇ ਕੀਤਾ ਸੀਗਾ। ਹੋਰ ਦਾਰਾ ਸਿੰਘ ਜੀ, ਜਿੱਦਾਂ ਆਪਾਂ ਜਾਣਦੇ ਆ, ਆਪਾਂ ਸੁਣਿਆ ਹੋਊਗਾ ਆਪਣੇ ਬਜ਼ੁਰਗਾਂ ਤੋਂ ਕਿ ਸਾਡੇ ਜ਼ਮਾਨੇ ਦੇ ਵਿੱਚ ਘਿਓ ਹੀ ਪੀ ਜਾਂਦੇ ਸੀਗੇ, ਦੁੱਧ ਪੀਂਦੇ ਸੀਗੇ, ਖੁਰਾਕਾਂ ਉਦੋਂ ਅਲੱਗ ਹੁੰਦੀਆਂ ਸੀਗੀਆਂ, ਠੀਕ ਹੈ। ਦਾਰਾ ਸਿੰਘ ਜੀ, ਜਿਨ੍ਹਾਂ ਨੂੰ ਆਪਾਂ ਜਾਣਦੇ, ਬਹੁਤ ਕਮਾਲ ਦੇ ਰੈਸਲਰ ਸੀਗੇ, ਉਹਨਾਂ ਦੀ ਪੋਰਟਰੇਟ ਮੈਂ ਤਿਆਰ ਕੀਤੀ ਸੀ। ਅਲਸੀ ਦੀ ਦੇਸੀ ਘਿਓ ਦੀ ਪਿੰਨੀਆਂ, ਕਿਉਂਕਿ ਉਸ ਵੇਲੇ ਪਹਿਲਵਾਨਾਂ ਦੀ ਡਾਈਟ ਉਹ ਚੀਜ਼ ਦੀ ਹੁੰਦੀ ਸੀ। ਪੰਜਾਬ 'ਚ ਗ੍ਰੀਨ ਰੈਵੋਲਿਊਸ਼ਨ ਆਈ, ਕਿਹਦੇ ਕਰਕੇ ਆਈ? ਡਾਕਟਰ GS ਕਾਲਕਤ, ਠੀਕ ਹੈ, ਤੇ ਜਿਨ੍ਹਾਂ ਨੂੰ ਆਪਾਂ ਗ੍ਰੀਨ ਰੈਵੋਲਿਊਸ਼ਨ ਦਾ ਮਾਸਟਰਮਾਈਂਡ ਮੰਨਦੇ ਹੈਗੇ, ਕਹਿੰਦੇ ਹੈਗੇ। ਔਰ ਉਹਨਾਂ ਦੀ ਮੈਂ ਪੋਰਟਰੇਟ ਬਣਾ ਕੇ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਸੀਗੀ। ਉਹ ਪੋਰਟਰੇਟ ਮੈਂ ਬਣਾਈ ਸੀਗੀ ਹਰੀ ਸਬਜ਼ੀਆਂ ਨਾਲ, ਉਹਦੇ ਵਿੱਚ ਸਾਗ, ਮੇਥੀ, ਪਾਲਕ, ਮੂਲੀਆਂ ਦੇ ਪੱਤੇ, ਆਹ ਚੀਜ਼ਾਂ ਜੋੜ ਕੇ ਮੈਂ ਉਹਨਾਂ ਦੀ ਜਿਹੜੀ ਹੈਗੀ ਪੋਰਟਰੇਟ ਬਣਾ ਕੇ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਸੀ। ਸੋ ਵਰੁਣ ਟੰਡਨ ਜੀ ਨਾ ਬਹੁਤ ਸੋਹਣਾ ਤਰੀਕਾ, ਜਿਵੇਂ ਹੁਣ ਤੁਸੀਂ ਇਹਨਾਂ ਦੀ ਮਿੱਟੀ ਨਾਲ ਤਸਵੀਰ ਬਣਾਈ, ਫਿਰ ਗ੍ਰੀਨਰੀ ਦੇ ਨਾਲ, ਜਿਵੇਂ ਜਿੱਦਾਂ ਸਮਾਈਲਿੰਗ ਫੇਸਿਸ ਦੇ ਨਾਲ ਤੁਸੀਂ ਜਸਪਾਲ ਭੱਟੀ ਜੀ ਉਹਨਾਂ ਦੀ ਪੇਂਟਿੰਗ ਬਣਾਈ। ਸੋ ਇੱਕ ਕਹਿ ਲਓ ਵੀ ਨਾ ਯੂਥ ਨੂੰ ਸੌਖਾ ਤਰੀਕਾ ਵੀ ਆ ਯਾਦ ਰੱਖਣ ਦਾ, ਕਿ ਮੈਂ ਸਮਾਈਲਿੰਗ ਫੇਸ ਦੇ ਨਾਲ ਪੇਂਟਿੰਗ ਦੇਖਾਂਗੀ ਤਾਂ ਮੈਨੂੰ ਪਤਾ ਲੱਗੇਗਾ ਜਸਪਾਲ ਭੱਟੀ ਕੌਣ ਸੀ, ਕਿਹੜਾ ਕੰਮ ਕਰਦੇ ਸੀ। ਜ਼ਰੂਰ ਜਾਣਨਾ ਚਾਹਾਂਗੀ ਕਿ ਜਦੋਂ ਨਾ ਟੈਲੈਂਟ ਦੀ ਸ਼ੁਰੂਆਤੀ ਤੌਰ ਤੇ ਨਾ ਜਦੋਂ ਸਾਨੂੰ ਪਤਾ ਲੱਗਦਾ ਕਿ ਸਾਡੇ ਹੱਥ ਦੇ ਵਿੱਚ ਇਹ ਕਲਾ ਆ, ਕਿਵੇਂ ਪਤਾ ਲੱਗਿਆ ਕਿ ਮੈਂ ਇਹ ਚੀਜ਼ਾਂ ਵੱਲ ਜ਼ਿਆਦਾ ਅਟਰੈਕਟ ਹੋ ਰਿਹਾ ਆ, ਜਾਂ ਮੈਂ ਯੂਥ ਨੂੰ ਇਸ ਤਰੀਕੇ ਦੇ ਨਾਲ ਸਿਖਾ ਸਕਦਾ, ਯਾਦ ਰਖਾ ਸਕਦਾ? ਇਹ ਜਿਹੜਾ ਮੇਰਾ ਕੰਮ ਹੈਗਾ, ਇਹ ਸਾਰਾ ਐਕਸਪੈਰੀਮੈਂਟ ਬੇਸਿਸ ਤੇ ਹੁੰਦਾ ਹੈਗਾ। ਮੈਂ ਆਹ ਦੇਖਦਾ ਹੈਗਾ ਕਿ ਕਿਹੜੇ ਬੰਦੇ ਨੂੰ ਕਿਸ ਚੀਜ਼ ਕਰਕੇ ਜਾਣਿਆ ਜਾਂਦਾ ਹੈਗਾ, ਠੀਕ ਹੈ। ਉਸ ਮਟੀਰੀਅਲ ਦੇ ਨਾਲ ਮੈਂ ਉਹ ਪੋਰਟਰੇਟ ਬਣਾ ਦਿੰਦਾ ਹੈਗਾ, ਔਰ ਇਹ ਆਪਣੇ ਆਪ ਦੇ ਵਿੱਚ ਯੂਨੀਕ ਹੈਗਾ। ਔਰ ਇਹ ਜਿੱਦਾਂ ਮੈਂ ਤੁਹਾਨੂੰ ਕਿਹਾ, ਐਕਸਪੈਰੀਮੈਂਟ ਬੇਸਿਸ ਤੇ ਹੁੰਦਾ ਹੈਗਾ ਕੰਮ ਸਾਰਾ। ਕਈ ਵਾਰ ਐਕਸਪੈਰੀਮੈਂਟੇਸ਼ਨ ਜਿਹੜੀ ਹੈਗੀ ਹੈ ਉਹ ਸਕਸੈਸਫੁਲ ਹੁੰਦੀ, ਕਈ ਵਾਰ ਨਹੀਂ ਹੋ ਪਾਉਂਦੀ, ਠੀਕ ਹੈ। ਹੁਣ ਜਿੱਦਾਂ ਮੈਂ ਇੱਕ ਵਾਰ ਲਾਸਟ ਈਅਰ ਸ਼ੇਨ ਵੌਨ ਦੀ ਪੋਰਟਰੇਟ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਉਹ ਮੈਂ ਬਾਲ ਦੇ ਉੱਤੇ ਇੱਕ ਪੋਰਟਰੇਟ ਬਣਾਈ, ਉਹ ਬਾਲ ਦੇ ਉੱਤੇ ਐਬਸਟਰੈਕਟ ਦੇ ਵਿੱਚ ਪੋਰਟਰੇਟ ਸੀਗੀ, ਤੇ ਉਹਨੂੰ ਮੇਰਾ ਇਹ ਮੰਨਣਾ ਸੀ ਇੱਕ ਪਰਟੀਕੂਲਰ ਜੇ ਸਪੀਡ ਤੇ ਉਹਨੂੰ ਘੁਮਾਇਆ ਜਾਏ ਤੇ ਉਹ ਫੋਟੋ ਦਿਖੂਗੀ, ਠੀਕ ਹੈ। ਫੋਟੋ ਮੈਂ ਸਾਰਾ ਕੰਮ ਕਰਤਾ, ਬਟ ਉਹ ਪਰਟੀਕੂਲਰ ਸਪੀਡ ਤੇ ਨਹੀਂ ਘੁੰਮੀ, ਠੀਕ ਹੈ। ਇਸ ਕਰਕੇ ਉਹ ਫੇਲੀਅਰ ਸੀਗਾ ਮੇਰੇ ਲਈ, ਠੀਕ ਹੈ। ਤੇ ਫੇਲੀਅਰ ਵੀ ਆਉਂਦੇ ਹੈਗੇ ਆ ਤੇ ਸਕਸੈਸ ਵੀ ਹੁੰਦਾ ਹੈਗਾ ਪੋਰਟਰੇਟਸ ਬਣਾਉਣ ਲਈ। ਜਦੋਂ ਤੁਹਾਡੇ ਹੱਥ ਦੇ ਵਿੱਚ ਇਹ ਟੈਲੈਂਟ ਆਇਆ, ਤੇ ਜਦੋਂ ਘਰ ਦੇ ਮਤਲਬ ਓਬਵੀਅਸਲੀ ਨਾ, ਜਦੋਂ ਅਸੀਂ ਕੋਈ ਵੀ ਕੰਮ ਕਰਦੇ ਕਈ ਵਾਰੀ ਸਾਨੂੰ ਸਪੋਰਟ ਮਿਲਦੀ ਹੈ, ਕਈ ਵਾਰੀ ਘਰ ਦੇ ਕਹਿੰਦੇ ਕਿ ਨਹੀਂ ਤੁਸੀਂ ਆਪਦੇ ਘਰ ਦੇ ਬਿਜ਼ਨਸ ਵਿੱਚ ਹੀ ਹੱਥ ਵਟਾਓ। ਸੋ ਕਿੰਨਾ ਕੁ ਸਟਰਗਲ ਕਰਨਾ ਪਿਆ, ਕਿੰਨਾ ਕੁ ਮਨਾਉਣਾ ਪਿਆ ਘਰਦਿਆਂ ਨੂੰ ਕਿ ਮੈਂ ਇਹ ਵੀ ਚੀਜ਼ਾਂ ਦੇ ਵਿੱਚ ਆਪਣਾ ਟਾਈਮ ਦੇਣਾ ਚਾਹੁੰਦਾ? ਇਹਦੇ ਵਿੱਚ ਜਿੱਦਾਂ ਮਨਾਉਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀਗੀ, ਘਰਦਿਆਂ ਵੱਲੋਂ ਪੂਰੀ ਸਪੋਰਟ ਸੀਗੀ। ਅੱਜ ਦੀ ਡੇਟ 'ਚ ਜੋ ਵੀ ਹੈਗਾ ਮੈਂ ਆਪਣੀ ਫੈਮਿਲੀ ਕਰਕੇ ਹੈਗਾ, ਠੀਕ ਹੈ। ਔਰ ਮਨਾਉਣ ਦੀ ਕੋਈ ਲੋੜ ਨਹੀਂ ਪਈ। ਹਾਂ, ਮੈਨੂੰ ਜਿਹੜੀ ਦਿੱਕਤ ਆਉਂਦੀ ਹੈਗੀ ਉਹਦੇ ਵਿੱਚ ਆਹ ਹੁੰਦਾ ਕਿ ਕਈ ਵਾਰ ਇੱਦਾਂ ਦਾ ਮਟੀਰੀਅਲ ਹੁੰਦਾ ਹੈਗਾ ਜਿਹਨੂੰ ਅਰੇਂਜ ਕਰਨਾ ਮੁਸ਼ਕਿਲ ਹੁੰਦਾ ਹੈਗਾ ਔਨ ਦ ਸਪੌਟ। ਜਿੱਦਾਂ ਮੈਂ 2 ਸਾਲ ਪਹਿਲਾਂ ਇੱਕ ਪੋਰਟਰੇਟ ਤਿਆਰ ਕੀਤੀ ਸੀ ਕੈਪਟਨ ਵਿਕਰਮ ਬਤਰਾ ਦੀ, ਕਾਰਗਿਲ ਵਾਰ ਹੀ ਤੋਂ, ਤੇ ਉਹਨਾਂ ਦੀ ਪੋਰਟਰੇਟ ਤਿਆਰ ਕਰਨ ਲਈ ਮੈਂ ਯੂਜ਼ ਕੀਤੇ ਸੀਗੇ 에ਅਰ ਰਾਈਫਲ ਦੇ ਸ਼ੈਲ। ਅੱਛਾ ਜੀ ਜੀ। ਤੇ ਉਹ ਮੈਂ ਜਿਹੜੇ ਹੈਗੇ ਰਾਈਫਲ ਦੇ ਸ਼ੈਲ ਵੀ ਸੀਗੇ, ਉਹ ਮੈਂ ਕੈਪਟਨ ਵਿਕਰਮ ਬੱਤਰਾ ਸ਼ੂਟਿੰਗ ਰੇਂਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲੈ ਕੇ ਆਇਆ ਸੀਗਾ, ਜਿਹੜੇ ਜ਼ਮੀਨ 'ਤੇ ਯੂਜ਼ ਹੋ ਚੁੱਕੇ ਸੀਗੇ, ਠੀਕ ਹੈ। ਤੇ ਉਹਦੇ ਨਾਲ ਪੋਰਟਰੇਟ ਬਣਾਈ। ਹਾਂ, ਜਿੱਦਾਂ ਮੈਂ ਤੁਹਾਨੂੰ ਹੁਣੇ ਦੱਸਿਆ, ਘਰਦਿਆਂ ਵੱਲੋਂ ਪੂਰੀ ਸਪੋਰਟ ਹੈਗੀ, ਕੋਈ ਦਿੱਕਤ ਨਹੀਂ ਆਈ। ਬਟ ਮੈਨੂੰ ਮਟੀਰੀਅਲ ਨੂੰ ਲੱਭਣ ਲਈ ਬਹੁਤ ਕਈ ਵਾਰ ਦਿੱਕਤਾਂ। ਸੋ ਜਦੋਂ ਤੁਸੀਂ ਉਹ ਸ਼ੈਲਸ ਇਕੱਠੇ ਕੀਤੇ, ਮਤਲਬ ਵੀ ਕਿਵੇਂ ਮਨਾਇਆ ਹੋਊਗਾ? ਕਿਉਂਕਿ ਕਈ ਵਾਰੀ ਸ਼ੈਲਸ ਦੇਣ ਦੇ ਵਿੱਚ ਵੀ ਮੈਨੂੰ ਲੱਗਦਾ ਪਰੇਸ਼ਾਨੀ ਆਈ ਹੋਏਗੀ ਕਿ ਨਹੀਂ ਦੇਣੇ ਜਾਂ ਕਿੱਦਾਂ ਕਰਕੇ ਹੈਗਾ। ਸੋ ਉਦੋਂ ਕਿਵੇਂ ਮਨਾਇਆ ਸੀ ਉਹਨਾਂ ਨੂੰ? ਸਭ ਤੋਂ ਪਹਿਲਾਂ ਤਾਂ ਮੇਰੇ ਲਈ ਚੈਲੰਜ ਆ ਹੁੰਦਾ ਹੈਗਾ ਕਿ ਕਿਸੇ ਨੂੰ ਆ ਸਮਝਾਉਣਾ ਕਿ ਤੁਸੀਂ ਮੈਨੂੰ ਆਪਣੀ ਜਿਹੜੀ ਆ ਵੇਸਟੇਜ ਹੈਗੀ ਉਹ ਦੇ ਦਿਓ। ਮੈਂ ਦੂਜਾ ਬੰਦਾ ਆਹੀ ਸੋਚਦਾ ਹੈਗਾ ਮੈਂ ਕਿਉਂ ਦੇਵਾਂ, ਠੀਕ ਹੈ। ਹਾਂ, ਔਰ ਜੇ ਉਹਨੂੰ ਸਮਝਾਉਣਾ ਹੋਵੇ ਕਿ ਮੈਂ ਇਹਦੇ ਨਾਲ ਫੋਟੋ ਬਣਾਉਣੀ ਹੈਗੀ, ਬੰਦਾ ਕਹਿੰਦਾ ਮੇਰੇ ਲਈ ਤਾਂ ਕਬਾੜ ਹੈਗਾ, ਠੀਕ ਹੈ, ਇਹਦੇ ਨਾਲ ਕਿੱਦਾਂ ਫੋਟੋ ਬਣੇਗੀ। ਫਿਰ ਉਹਨਾਂ ਨੂੰ ਮੈਨੂੰ ਜਿਹੜਾ ਹੈਗਾ ਆਪਣਾ ਪਿਛਲਾ ਜਿਹੜਾ ਕੰਮ ਹੈਗਾ ਉਹ ਦਿਖਾਉਣਾ ਪੈਂਦਾ ਹੈਗਾ। ਫਿਰ ਉਸ ਤੋਂ ਬਾਅਦ 'ਚ ਉਹ ਕਨਵਿੰਸ ਹੁੰਦੇ ਹੈਗੇ ਆ, ਔਰ ਜਦ ਉਹ ਫੋਟੋ ਬਣਦੀ ਹੈ ਫਿਰ ਮੈਂ ਉਹਨਾਂ ਨੂੰ
ਥੈਂਕ ਯੂ ਕਰਨ ਵੀ ਜਾਂਦਾ ਔਰ ਉਹ ਫੋਟੋ ਵੀ ਦਿਖਾਉਂਦਾ ਹੈ। ਕੀ ਬਾਤ ਹੈ। ਮੈਨੂੰ ਲੱਗਦਾ ਫਿਰ ਉਹ ਵੀ ਨਾ ਕਹਿੰਦੇ ਹੁਣੇ ਕਿ ਸਾਡੀ ਜਿਹੜੀ ਸਾਡੇ ਲਈ ਕੁਝ ਨਹੀਂ ਸੀਗਾ, ਉਹ ਇਹਨਾਂ ਦੇ ਲਈ ਸਭ ਕੁਝ ਸੀਗਾ, ਹਨਾ। ਸੋ ਵਾਕਈ ਬਹੁਤ ਮਿਹਨਤ ਲੱਗਦੀ ਹੋਏਗੀ, ਹਨਾ। ਸੋ ਇਹ ਸਵਾਲ ਮੈਂ ਪੁੱਛਣਾ ਚਾਹਾਂਗੀ, ਪਰ ਤੁਸੀਂ ਬਣਾਉਂਦੇ ਹੋ ਅਲੱਗ-ਅਲੱਗ ਚੀਜ਼ ਦੇ ਨਾਲ, ਪਰ ਫਿਰ ਵੀ ਕਿੰਨਾ ਸਮਾਂ ਤੁਹਾਨੂੰ ਦੇਣਾ ਪੈਂਦਾ ਇੱਕ ਪੇਂਟਿੰਗ ਦੇ ਲਈ? ਇਹ ਨਾ ਡਿਪੈਂਡ ਕਰਦਾ ਹੈਗਾ ਮਟੀਰੀਅਲ ਤੇ, ਠੀਕ ਹੈ। ਕਈ ਵਾਰ ਮੈਨੂੰ ਬਹੁਤ ਟਾਈਮ ਲੱਗਦਾ ਹੈਗਾ ਇਹ ਸੋਚਣ 'ਚ ਕਿ ਕਿਹੜੇ ਮਟੀਰੀਅਲ ਨਾਲ ਬਣਾਉਣੀ ਹੈਗੀ। ਫਿਰ ਮਟੀਰੀਅਲ ਨੂੰ ਅਰੇਂਜ ਕਰਨਾ ਉਹ ਸਭ ਤੋਂ ਵੱਡਾ ਚੈਲੰਜ ਕਈ ਵਾਰ ਹੁੰਦਾ ਹੈਗਾ। ਮੈਂ ਤੁਹਾਨੂੰ ਇੱਕ ਅੱਧਾ ਇੰਸੀਡੈਂਟ ਦੱਸਦਾ ਹੈਗਾ। ਜਿੱਦਾਂ ਮੈਂ ਇੱਕ ਫੋਟੋ ਬਣਾਈ ਸੀਗੀ ਸਪਾਈਡਰਮੈਨ ਦੀ, ਠੀਕ ਹੈ। ਸਪਾਈਡਰਮੈਨ ਦੀ ਹੁਣ ਫੋਟੋ ਬਣਾਉਣੀ, ਮਟੀਰੀਅਲ ਕੀ ਚਾਹੀਦਾ ਹੈਗਾ, ਮੱਕੜੀ ਦੇ ਨਾਲ ਰਿਲੇਟਡ, ਤੇ ਮੈਂ ਉਹਦੇ ਵਾਸਤੇ ਮੱਕੜੀ ਦੇ ਜਾਲੇ ਯੂਜ਼ ਕੀਤੇ ਸੀਗੇ, ਠੀਕ। ਮੈਂ ਸਫਾਈ ਨਹੀਂ ਕਰਨ ਦਿੱਤੀ 20 ਦਿਨ, ਠੀਕ ਹੈ। ਉਹ ਤਾਂ ਵੇਸਟੇਜ ਹੈਗੀ ਹੈ, ਠੀਕ ਹੈ। ਹੁਣ ਜਿੱਥੇ ਮੈਂ ਸਫਾਈ ਨਹੀਂ ਕਰਨ ਦਿੰਦਾ ਪਿਆ ਹੈਗਾ, ਉਹ ਵੀ ਸੋਚਦਾ ਹੈਗਾ ਕਿ ਹਾਂ ਯਾਰ ਕਿਉਂ ਨਹੀਂ ਕਰਨ ਦਿੰਦਾ ਪਿਆ ਹੈਗਾ, ਠੀਕ। ਤੇ ਹਾਂ ਉਹੀ ਗੱਲ ਕਿ ਪਹਿਲਾਂ ਮੈਨੂੰ ਕਨਵਿੰਸ ਕਰਨਾ ਪੈਂਦਾ ਹੈਗਾ, ਚਾਹੇ ਉਹ ਘਰ ਦੇ ਹੋਣ ਕਈ ਵਾਰ, ਠੀਕ ਹੈ। ਬਟ ਅੱਜ ਤੱਕ ਜਿੰਨਾ ਕੀਤਾ ਹੈਗਾ, ਮੈਕਸੀਮਮ ਨੂੰ ਪਤਾ ਹੈਗਾ ਜੇ ਆ ਕੁਛ ਇੱਦਾਂ ਦਾ ਅਨਯੂਜੂਅਲ ਮਟੀਰੀਅਲ ਮੰਗਦਾ ਪਿਆ, ਕੁਛ ਨਾ ਕੁਛ ਫੋਟੋ ਬਣਾਉਣੀ ਹੋਊਗੀ ਜੀ। ਸੋ ਵਰੁਣ ਜੀ, ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹਾਂਗੀ, ਕੋਈ ਅਜਿਹੀ ਤਸਵੀਰ ਹੈ ਜਿਹੜੀ ਤੁਹਾਡੇ ਦਿਲ ਦੇ ਬੇਹੱਦ ਕਰੀਬ ਹੋਵੇ? ਮੈਂ ਤਾਂ ਉਹ ਗੱਲ ਹੋ ਗਈ ਕਿ ਇੱਕ ਫਾਦਰ ਨੂੰ ਪੁੱਛਦੇ ਪਏ ਹੈਗੇ ਤੇਰੇ ਲਈ ਕਿਹੜਾ ਬੱਚਾ ਜ਼ਿਆਦਾ ਪਿਆਰਾ ਹੈਗਾ। ਦੇਖੋ ਇਹ ਜਿੰਨੀਆਂ ਵੀ ਪੋਰਟਰੇਟਸ ਬਣਾਈਆਂ ਸਾਰੀਆਂ ਮੇਰੇ ਦਿਲ ਦੇ ਕਰੀਬ ਹੈਗੀਆਂ, ਕਿਉਂਕਿ ਹਰ ਇੱਕ ਨੂੰ ਸੋਚਣ ਲਈ ਬਹੁਤ ਟਾਈਮ ਲੱਗਾ ਔਰ ਹਰ ਇੱਕ ਪੋਰਟਰੇਟ ਆਪਣੇ ਆਪ ਦੇ ਵਿੱਚ ਇੱਕ ਸਬਜੈਕਟ ਹੈਗਾ, ਠੀਕ ਹੈ। ਕਿਉਂਕਿ ਜੇ ਆਪਾਂ ਯੂਜੂਅਲੀ ਆਰਟਿਸਟ ਦੇਖੀਏ ਉਹ ਕੋਈ ਪੇਂਟ ਦੇ ਨਾਲ ਪੇਂਟਿੰਗ ਕਰਦਾ ਪਿਆ ਹੈਗਾ, ਹਰ ਇੱਕ ਦਾ ਇੱਕ ਟਰੈਕ ਹੈਗਾ। ਮੇਰਾ ਕੋਈ ਇੱਕ ਪਰਟੀਕੂਲਰ ਟਰੈਕ ਨਹੀਂ ਹੈਗਾ, ਮੈਂ ਇੱਕ ਮਟੀਰੀਅਲ ਐਕਸਪਲੋਰ ਕਰਕੇ ਅਗਲੇ ਤੇ ਚੱਲ ਜਾਂਦਾ ਹੈਗਾ। ਇਸ ਕਰਕੇ ਸਾਰੀਆਂ ਜਿਹੜੀਆਂ ਪੋਰਟਰੇਟਸ ਹੈਗੀਆਂ ਮੇਰੇ ਦਿਲ ਦੇ ਕਰੀਬ ਹੈ। ਮੈਂ ਵੀ ਕਿਹਾ ਨਾ, ਤਾਂ ਹੀ ਮੈਂ ਕਿਹਾ ਹਰ ਇੱਕ ਤਸਵੀਰ ਦੇ ਵਿੱਚ ਬਹੁਤ ਮਿਹਨਤ ਲੱਗੀ ਹੈ ਤੇ ਤੁਹਾਨੂੰ ਪਿਆਰ ਤਾਂ ਹਰ ਤਸਵੀਰ ਦੇ ਨਾਲ ਹੋਏਗਾ, ਹਨਾ। ਸੋ ਬਹੁਤ ਬਹੁਤ ਸ਼ੁਕਰੀਆ ਵਰੁਣ ਜੀ, ਤੁਸੀਂ ਸਾਨੂੰ ਆਪਣਾ ਸਮਾਂ ਦਿੱਤਾ ਔਰ ਖੂਬਸੂਰਤ ਪੇਂਟਿੰਗਸ ਦੇ ਰੂਬਰੂ ਕੀਤਾ। ਔਰ ਬਾਕੀ ਹਰ ਚੀਜ਼ ਨੂੰ ਸਿੱਖਣ ਦੇ ਲਈ, ਹਰ ਚੀਜ਼ ਨੂੰ ਯਾਦ ਰੱਖਣ ਦੇ ਲਈ ਜੋ ਤੁਸੀਂ ਮਿਹਨਤ ਕਰ ਰਹੇ ਹੋ, ਉਹ ਮੈਨੂੰ ਲੱਗਦਾ ਕਿ ਵੀ ਵਾਕਈ ਬਹੁਤ ਵਧੀਆ ਹੈ। ਸ਼ੁਕਰੀਆ ਬਹੁਤ ਬਹੁਤ। ਥੈਂਕ ਯੂ ਮੈਮ। ਸੋ ਤੁਸੀਂ ਮਿਲੇ ਵਰੁਣ ਟੰਡਨ ਹੋਣਾ ਜੀ ਨੂੰ, ਜਿਨ੍ਹਾਂ ਨੇ ਬਹੁਤ ਖੂਬਸੂਰਤ ਪੋਰਟਰੇਟਸ ਜਿਹੜੇ ਨੇ ਉਹ ਤਿਆਰ ਕੀਤੇ ਨੇ। ਸੋ ਸ਼ਹੀਦੀ ਦਿਹਾੜਾ ਸ਼ਹੀਦ ਆਜ਼ਮ ਭਗਤ ਸਿੰਘ ਹੋਣਾ ਦਾ, ਤੇ ਤੁਸੀਂ ਦੇਖਿਆ ਕਿ ਸ਼ਹੀਦ ਆਜ਼ਮ ਭਗਤ ਸਿੰਘ ਹੋਣਾ ਦੇ ਪਿੰਡੋਂ ਖਟਕੜ ਕਲਾ ਤੋਂ ਮਿੱਟੀ ਲਿਆ ਕੇ ਉਹਨਾਂ ਨੇ ਉਹਨਾਂ ਦੀ ਤਸਵੀਰ ਤਿਆਰ ਕੀਤੀ। ਸ਼ਹੀਦ ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਹੋਣਾ ਦੀ ਜਿਹੜੀ ਤਸਵੀਰ ਹੈ ਦੁੱਧ ਦੇ ਨਾਲ ਤਿਆਰ ਕੀਤੀ। ਤੇ ਔਰ ਬਹੁਤ ਸਾਰੀਆਂ ਪੇਂਟਿੰਗਸ ਸਾਨੂੰ ਇੱਦਾਂ ਦੀਆਂ ਦੱਸੀਆਂ ਜਿਨ੍ਹਾਂ ਨੂੰ ਯਾਦ ਕਰਨ ਦੇ ਵਿੱਚ ਬਹੁਤ ਸੌਖਾ ਤਰੀਕਾ ਉਹਨਾਂ ਨੇ ਅਪਣਾਇਆ ਹੋਇਆ। ਉਹਨਾਂ ਨੂੰ ਮਿਹਨਤ ਬਹੁਤ ਲੱਗਦੀ ਹੈ, ਪਰ ਸਿੱਖਣ ਵਾਲੇ ਨੂੰ ਜਲਦ ਹੀ ਸਿੱਖਣ ਦਾ ਮੌਕਾ ਮਿਲ ਜਾਂਦਾ, ਕਿਉਂਕਿ ਉਹ ਉਸੇ ਮਟੀਰੀਅਲ ਦੇ ਨਾਲ ਤਿਆਰ ਕਰਦੇ ਨੇ ਜੋ ਉਹਨਾਂ ਦੇ ਨਾਲ, ਯਾਨੀ ਕਿ ਪੋਰਟਰੇਟ ਦੇ ਨਾਲ ਜਾਂ ਉਸ ਸ਼ਖਸ ਦੇ ਨਾਲ ਰਿਲੇਟ ਕਰ ਰਿਹਾ ਹੁੰਦਾ। ਸੋ ਮੈਨੂੰ ਬਹੁਤ ਵਧੀਆ ਲੱਗਾ ਉਹਨਾਂ ਦੇ ਨਾਲ ਮੁਲਾਕਾਤ ਕਰਕੇ। ਫਿਲਹਾਲ ਤੇ ਲਈ ਇੰਨਾ ਹੀ। ਕੈਮਰਾਮੈਨ ਰਿਸ਼ਭ ਦੇ ਨਾਲ ਮੈਂ ਅਮਨਦੀਪ, ਵਨ ਇੰਡੀਆ ਪੰਜਾਬੀ। Subscribe to One India channel and never miss an update.